ਪਿਆਰੇ ਵਿਦਿਆਰਥੀਓ, ਕਰਮਜੀਤ ਸਿੰਘ ਕੁੱਸਾ ਦੇ ਨਾਵਲ ਰੋਹੀ ਬੀਆਬਾਨ ਦੇ ਦੂਜੇ ਕਾਂਡ ਦਾ ਆਡੀਓ ਰੂਪ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਨਾਵਲ ਦੀ ਲੜੀ ਨੂੰ ਜੋੜਨ ਲਈ ਇਸ ਨਾਵਲ ਦੇ ਪਹਿਲੇ ਕਾਂਡ ਦੇ ਆਡੀਓ ਰੂਪ ਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਆਓ ਇਸ ਨਾਵਲ ਦੇ ਕਾਂਡ ਦੂਜੇ ਦਾ ਆਡੀਓ ਰੂਪ ਸੁਣਦੇ ਹਾਂ। ਪਾੜਾ ਤਾਂ ਉਹਨੂੰ ਸਮਝਾ ਕੇ ਤੁਰ ਗਿਆ। ਗੋਰਾ ਉਸੇ ਤਰ੍ਹਾਂ ਥੰਮਲੇ ਨਾਲ ਲੱਗ ਪੰਜਾ ਦੂਜੇ ਹੱਥ ਨਾਲ ਕੁੱਟ ਰਿਹਾ ਸੀ। ਗਿੰਦਰ ਕਿਰੜ ਕਿਰੜ ਕਰਦਾ ਆਪੇ ਰੁੱਗ ਲਾ ਕੇ ਪੱਠੇ ਕੁਤਰਨ ਲੱਗ ਪਿਆ। ਅੱਗੇ ਗੋਰੇ ਜਾਂ ਮਹਿੰਦਰੇ ਨੂੰ ਗਾਲਾਂ ਦਿੰਦਾ, ਰੁੱਗ ਲਾਉਣ ਲਈ ਲਲਕਾਰੇ ਮਾਰਦਾ। ਭਾਵੇਂ ਕੁੱਟ ਗੋਰੇ ਤੇ ਕਈ ਵਾਰੀ ਪਈ ਸੀ, ਉਦੋਂ ਵੀ ਉਹ ਤੋਂ ਕੰਮ ਗਿੰਦਰ ਧੌਂਸ ਨਾਲ ਹੀ ਲੈਂਦਾ। ਪਰ ਅੱਜ ਉਹ ਅਜਿਹਾ ਕੁਝ ਨਹੀਂ ਕੀਤਾ। ਮਹਿੰਦਰੋ ਅਜੇ ਵੀ ਕਦੇ ਗੋਰੇ ਨੂੰ ਕਦੇ ਆਪਣੇ ਵੈਰੀ ਮਾਪਿਆਂ ਨੂੰ ਮੰਦਾ ਚੰਗਾ ਬੋਲ ਰਹੀ ਸੀ। ਇਸ ਦਾ ਅਸਰ ਵੀ ਗਿੰਦਰ ਉੱਤੇ ਪਤਾ ਨਹੀਂ ਕਿਉਂ ਨਹੀਂ ਹੋਇਆ। ਪਹਿਲਾਂ ਉਹ ਕੁੜਕੁੜ ਕਰਦੀ ਮਹਿੰਦਰੋ ਨੂੰ ਜਰ ਨਹੀਂ ਸਕਦਾ ਸੀ। ਜਦ ਕਦੇ ਉਹ ਮਾਪਿਆਂ ਦੀ ਮਾੜੀ ਸਹੇੜ ਬਾਰੇ ਔਖੀ ਭਾਰੀ ਹੁੰਦੀ ਤਾਂ ਉਹ ਹਮੇਸ਼ਾ ਇੱਥੋਂ ਹੀ ਛਿੜਦਾ, ਤੂੰ ਕੁੱਤੀਏ ਗਰੇਵਾਲਾਂ ਦੀ ਧੀ ਸੀ ਨਾ, ਤੈਨੂੰ ਨਵਾਬ ਨਾਲ ਵਿਆਹੁੰਦੇ, ਨਾਲੇ ਇੱਥੇ ਤਾਂ ਵੰਝ ਤੇ ਟੰਗੀ ਹੋਵੇਗੀ ਭੈਣ ਦਾ। ਪਰ ਅੱਜ ਇਹ ਵੀ ਨਹੀਂ ਵਾਪਰਿਆ। ਮਹਿੰਦਰੋ ਨੇ ਰੋਂਦੀ ਕੁਰਲਾਉਂਦੀ ਕੁੜੀ ਕੱਦੂ ਦੇ ਪੱਟਾਂ ਤੇ ਸੁੱਟ ਦਿੱਤੀ। ਚੁੱਪ-ਚਾਪ ਮਸ਼ੀਨ ਦੇ ਪਾਛੜੇ 'ਚ ਰੁੱਗ ਧਰਨ ਲੱਗ ਪਈ। ਗਿੰਦਰ ਇਉਂ ਮਸ਼ੀਨ ਫੇਰ ਰਿਹਾ ਸੀ ਜਿਵੇਂ ਉਸਦੇ ਦਿਨੋਂ ਦਿਨ ਤਾਂਬੜ ਹੁੰਦੇ ਜਾਂਦੇ ਸਰੀਰ ਵਿੱਚ ਭੂਤ ਬਲ ਆ ਵੜਿਆ ਸੀ। ਕਚੀਚੀ ਖਾਂਦਿਆਂ ਉਸ ਇੰਨਾ ਜ਼ੋਰ ਲਾਇਆ, ਉਸਦਾ ਸਰੀਰ ਮੁੜਕੋ ਮੁੜਕੀ ਹੋ ਗਿਆ। ਕੋਸੇ ਪਾਣੀ ਦੀਆਂ ਘਰਾਲਾਂ ਲੱਤਾਂ ਉੱਤੋਂ ਦੀ ਹੁੰਦੀਆਂ ਗਿੱਟਿਆਂ ਤੇ ਪੈ ਕੇ ਧਰਤੀ ਸਿੱਲੀ ਕਰ ਰਹੀਆਂ ਸਨ। ਇੱਧਰ ਕੱਦੂ ਦੇ ਹੱਥਾਂ 'ਚੋਂ ਕੁੜੀ ਛੁੱਟ ਜਾਂਦੀ ਸੀ। ਜਦੋਂ ਉਸ ਕੋਲੋਂ ਕੁੜੀ ਸਾਂਭੀ ਨਾ ਗਈ ਤਾਂ ਉਸ ਇੱਕ ਦੋ ਵਾਰ ਗੋਰੇ ਨੂੰ ਮਿੰਨਤ ਨਾਲ ਕਿਹਾ, ਗੋਰਿਆ ਕੁੜੀ ਫਲ ਲਾ ਓਏ। ਪਰ ਗੋਰਾ ਤਾਂ ਉਸੇ ਤਰ੍ਹਾਂ ਮਟਰ ਬਣਿਆ ਥੰਮਲੇ ਨਾਲ ਲੱਗਾ ਰਿਹਾ। ਫਲ ਲਾ ਓਏ ਗੋਰਿਆ, ਮੈਤੋਂ ਸਮਝਦੀ ਨਹੀਂ ਹੈ, ਫਲ ਲਾ ਆਖੀ ਦਾ ਬਾਈ ਬਣ ਕੇ। ਮੈਂ ਕੀ ਕਰਾਂ? ਗੋਰੇ ਨੇ ਉਸ ਵੱਲ ਆਨੇ ਟੱਡੇ ਤੇ ਉਸ ਦੱਬਵੀਂ ਆਵਾਜ਼ ਵਿੱਚ ਕੱਦੂ ਨੂੰ 2-3 ਗਾਲਾਂ ਕੱਢੀਆਂ। ਕੁੜੀ ਉਵੇਂ ਚੀਕਾਂ ਮਾਰੀ ਜਾਂਦੀ ਸੀ। ਕਲਜਾ ਚੁੱਪ ਹੀ ਨਿਕਲਦੀ। ਹਾਏ ਓਏ, ਕੱਦੂ ਨੇ ਰੋਣ ਵਰਗੀ ਆਵਾਜ਼ ਵਿੱਚ ਕੁੜੀ ਨੂੰ ਆਪਣੀਆਂ ਬਲੋਹੀਣੀਆਂ ਬਾਹਾਂ ਵਿੱਚ ਮਧੋਲਦਿਆਂ ਕਿਹਾ। ਕਿੱਦੀ ਮਾਲੀ ਐ ਚੰਦਲੀ ਜੀ। ਉਹਨੇ ਬੀਬੀ ਨੂੰ ਹਾਕ ਮਾਰਨੀ ਚਾਹੀ ਪਰ ਬੋਲ ਅੰਦਰੇ ਦੱਬੇ ਰਹੇ। ਹਾਰ ਕੇ ਉਸ ਫੇਰ ਗੋਰੇ ਦਾ ਤਰਲਾ ਕੀਤਾ ਪਰ ਉਹ ਅੱਗੋਂ ਆਟੇ ਦਾ ਸ਼ੀਂਹ ਬਣਿਆ ਖਲੋਤਾ ਸੀ। ਫੱਲਾ ਆਖੀ ਦਾ ਵੀਰ ਬਣ ਕੇ, ਹੈਂ ਓਏ ਕਰਦਾ ਨਹੀਂ ਚੁੱਪ ਕਿ ਗੋਥਲਾਂ ਗੋਹੇ 'ਚ ਸਾਲਾ ਧਨੇਸੂ ਜਿਹਾ। ਐਤਕੀ ਗੋਰਾ ਉਹਨੂੰ ਚਪੇੜ ਚੁੱਕ ਕੇ ਵੀ ਆਇਆ। ਮਾਲ ਫਿਲ ਮਾਲੂ ਬਈ ਇਹ ਵੱਡਾ ਆਇਆ, ਐਂ ਫੇਲ ਛੋਟੀਆਂ ਵੀ ਖਾਨਾ ਨਾ ਬਾਪੂ ਤੋਲੋਂ। ਗੋਰੇ ਨੂੰ ਇੰਨਾ ਹਰਖ ਆਇਆ, ਉਸ ਦਲਾਨ ਵਿੱਚ ਝਾਕਦਿਆਂ ਦੰਦ ਕਰੀਚਦਿਆਂ ਕੱਦੂ ਦੇ ਇੱਕ ਲੱਤ ਜੜ ਦਿੱਤੀ। ਉਹ ਰੋਣ ਲੱਗ ਪਿਆ ਤੇ ਰੋਂਦਾ ਹੀ ਆਪਣੀ ਮਾਂ ਨੂੰ ਆਵਾਜ਼ਾਂ ਮਾਰਨ ਲੱਗ ਪਿਆ, ਨੀ ਬੀਬੀਏ ਗੋਰਾ ਮੈਨੂੰ ਮਾਲਦਾ ਹੈ। ਪਰ ਮਸ਼ੀਨ ਦੀ ਗਚਰ ਵਿੱਚ ਕੱਦੂ ਦਾ ਬੋਲ ਘੁੱਟਿਆ ਗਿਆ। ਉਸ ਕਈ ਹੋਕਰੇ ਮਾਰੇ ਪਰ ਮਸ਼ੀਨ ਇੱਕੇ ਸਾਹ ਆਪਣਾ ਰਾਗ ਅਲਾਪਦੀ ਰਹੀ। ਗੋਰਾ ਥੰਮਲੇ ਨਾਲ ਖਲੋਤਾ, ਕਦੇ ਰੀ ਕਰਦੇ ਕੱਦੂ ਉੱਤੇ ਮੁਸਕਣੀਏ ਹੱਸਦਾ, ਕਦੇ ਉਹਦੇ ਅੰਦਰੋਂ ਸੁੱਤਾ ਕੰਬਣੀ ਭਰਿਆ ਹੌਂਕਾ ਨਿਕਲ ਜਾਂਦਾ। ਸਾਰਾ ਸਰੀਰ ਇੱਕਦਮ ਝੰਜੋੜਿਆ ਜਾਂਦਾ। ਕੁੜੀ ਉਸੇ ਤਰ੍ਹਾਂ ਲੇਰਾਂ ਮਾਰ ਰਹੀ ਸੀ। ਪਤਲਾ ਜਿਹਾ ਹਨੇਰਾ ਹੋਣ ਕਾਰਨ ਕੁੜੀ ਦੀਆਂ ਗੱਲਾਂ ਉੱਤੇ ਹੰਝੂਆਂ ਦੀਆਂ ਘਰਾਲਾਂ ਨਹੀਂ ਦਿਸਦੀਆਂ ਸਨ। ਉਹ ਬਿੰਦੇ ਝੱਟੇ ਆਪਣੀਆਂ ਗੱਲਾਂ ਨੂੰ ਨਿੱਕੇ ਜਿਹੇ ਹੱਥ ਨਾਲ ਮੁੱਕੀ ਬਣਾ ਕੇ ਮਸਲਦੀ। ਜਿੰਨਾ ਚਿਰ ਮਸ਼ੀਨ ਗਿੜਦੀ ਰਹੀ, ਕੱਦੂ ਦੇ ਪੱਟਾਂ 'ਚ ਕੁੜੀ ਮੇਲਦੀ ਰਹੀ ਅਤੇ ਗੋਰਾ ਕੰਧੋਲੀ ਦੇ ਸਿਰ ਉੱਤੇ ਰੱਖੇ ਦੀਵੇ ਦੀ ਮੱਧਮ ਜਿਹੀ ਲਾਟ ਵੱਲ ਵੇਂਦਾ ਰਿਹਾ। ਪੱਠੇ ਕੁਤਰਨ ਮਗਰੋਂ ਮਹਿੰਦਰੋ ਮੁੜ ਚੌਂਕੇ ਦੇ ਧੰਦੇ ਲੱਗ ਗਈ। ਗਿੰਦਰ ਹਫਦੇ ਸਾਹ ਢਿੱਡ ਨਾਲ ਟੋਕਰਾ ਲਾਈ ਪਸ਼ੂਆਂ ਨੂੰ ਪੱਠੇ ਪਾਉਣ ਲੱਗ ਪਿਆ। ਬੀਬੀ ਨੇ ਗੋਰੇ ਨੂੰ 2-3 ਵਾਰੀ ਰੋਟੀ ਖਾਣ ਲਈ ਸੱਦਿਆ ਪਰ ਉਹ ਟਸ ਤੋਂ ਮਸ ਨਹੀਂ ਹੋਇਆ। ਫੇਰ ਪਤਾ ਨਹੀਂ ਕੱਦੂ ਨੂੰ ਕੀ ਬਦੀ ਉੱਠੀ। ਉਸ ਗੋਰੇ ਵੱਲ ਵੇਂਦਿਆਂ ਬੀਬੀ ਨੂੰ ਆਖਿਆ, ਬੀਬੀ ਗੋਰੇ ਨੇ ਮੇਰੇ ਢਿੱਡ 'ਚ ਲੱਤ ਮਾਰੀ ਸੀ, ਨਾਲੇ ਗਾਲਾਂ ਕੱਢਦਾ ਸੀਗਾ। ਕਿਧਰੇ ਨਹੀਂ ਤੇਰੇ ਫੱਟ ਖੁੱਲਿਆ, ਔਂਤਾਂ ਦੇ ਸਾਰੀ ਦਿਹਾੜੀ ਸੋਹਣੀ ਖੜੀ ਰੱਖਣਗੇ।
ਫੇਰ ਰੋਂਦੀ ਕੁੜੀ ਵੱਲ ਵੇਖ ਕੇ ਕੱਦੂ ਨੂੰ ਝਿੜਕਿਆ, ਇਹਨੂੰ ਵਿਰਾ ਲੈ, ਅੱਗ ਲਾ ਲੈ। ਕੱਦੂ ਕੁੜੀ ਨੂੰ ਓ ਕਰਕੇ ਵਿਰਾਉਣ ਲੱਗ ਪਿਆ, ਪਰ ਮਹਿੰਦਰੋਂ ਦੀ ਆਵਾਜ਼ ਉਹਨੇ ਫੇਰ ਸੁਣੀ, ਖਬਰੇ ਕੀ ਬੁਰੇ ਦਿਖਾਲੀ ਦਿੱਤੇ ਐ ਸਤੌਲ ਨੂੰ। ਫੁੱਲੜੀ ਵਾਲੀ ਕੌਲੀ ਵਿੱਚ ਦਾਲ ਪਾ ਕੇ ਪਤੀਲੇ ਦੇ ਢੱਕਣ 'ਚ 2 ਰੋਟੀਆਂ ਧਰ ਕੇ ਗੋਰੇ ਕੋਲ ਜਾ ਕੇ ਉਸ ਨੂੰ ਬੁਸ਼ਕਾਰਦਿਆਂ ਕਿਹਾ, ਖਾ ਲਾ ਮੇਰਾ ਪੁੱਤ ਬਣ ਕੇ। ਪਰ ਗੋਰੇ ਨੇ ਮੋਢੇ ਮਾਰਦਿਆਂ ਦੂਜੇ ਪਾਸੇ ਮੂੰਹ ਕਰ ਲਿਆ। ਉਸ ਘੁੰਮਦਿਆਂ ਗੋਰੇ ਦੇ ਮੂਹਰੇ ਕੋਡੀ ਜਿਹੀ ਹੁੰਦਿਆਂ ਮੋਹ ਭਿੱਜੇ ਬੋਲ ਕੱਢਦਿਆਂ ਆਖਿਆ, ਖਾ ਲਾ ਮੇਰਾ ਪੁੱਤ, ਇਹ ਤਾਂ ਮੇਰਾ ਪੁੱਤ ਬਾਹਲਾ ਸਿਆਣਾ ਹੈ, ਲਿਆ ਦੇਖਾਂ ਕਿੱਥੇ ਸੱਟ ਵੱਜੀ ਮੇਰੇ ਪੁੱਤ ਦੇ ਹੱਥ 'ਤੇ। ਪਰ ਗੋਰੇ ਨੇ ਆਪਣਾ ਹੱਥ ਉਸ ਦੇ ਹੱਥਾਂ ਵਿੱਚੋਂ ਖਿੱਚ ਲਿਆ। ਦੁਸ਼ਟਿਆ ਵਿਆ, ਖਾ ਲੈ, ਨਾ ਆਤਮਾ ਤਪਾ, ਤੇਰੀਆਂ ਮੈਂ ਦੁਪਹਿਰ ਦੀਆਂ ਮਿੰਨਤਾਂ ਕਰਦੀ ਸੀ ਬਈ ਆ ਜਾ ਪੁੱਤ, ਪਰ ਆਪਣੀ ਅੜੀ ਤੋਂ ਮੁੜਿਆ, ਹੁਣ ਫਿਰ ਇਸੇ ਘਰ ਹੀ ਆਉਣਾ ਪਿਆ। ਗੋਰੇ ਨੇ ਦੂਜੇ ਪਾਸੇ ਮੂੰਹ ਕਰ ਲਿਆ। ਫੇਰ ਉਹਨੂੰ ਪਤਾ ਨਹੀਂ ਕੀ ਹੋਇਆ, ਉਹ ਚੁੱਪ ਚਪੀਤਾ ਕਰਾਇਆ ਭੁੱਬਾਂ ਮਾਰ ਕੇ ਰੋਣ ਲੱਗ ਪਿਆ। ਮਹਿੰਦਰੋਂ ਦਾ ਮਨ ਹੋਰ ਵੀ ਮੋਮ ਵਾਂਗ ਢਲ ਗਿਆ। ਉਸ ਮੁੰਡੇ ਨੂੰ ਵੱਖੀ ਨਾਲ ਲਾ ਲਿਆ। ਫੇਰ ਚੁੱਲ੍ਹੇ ਮੂਹਰੇ ਬੁੱਕਲ 'ਚ ਬਿਠਾ ਕੇ ਲਡਿਆਉਂਦਿਆਂ ਰੋਟੀ ਖਾਣ 'ਤੇ ਜ਼ੋਰ ਦਿੰਦੀ ਰਹੀ, ਪਰ ਗੋਰੇ ਨੇ ਬੁਰਕੀ ਨਹੀਂ ਬੰਨੀ। ਗਿੰਦਰ ਪੱਠੇ ਪਾ ਕੇ ਕੱਪੜਿਆਂ ਉੱਤੋਂ ਗਰਦਾ ਝਾੜਦਾ ਚੌਂਤੇ ਕੋਲ ਆ ਗਿਆ। ਰੋਟੀ ਕਾਹਤੋਂ ਨਹੀਂ ਖਾਂਦਾ? ਖਾ ਰੋਟੀ, ਸਾਲਿਆ ਤੈਨੂੰ ਬਥੇਰਾ ਪਿੱਟੀ ਦਾ ਹੈ ਬਈ ਤੂੰ ਨਾ ਮੈਨੂੰ ਹਰਖ ਚੜਾਇਆ ਕਰ। ਫੇਰ ਉਹ ਮਹਿੰਦਰੋਂ ਨੂੰ ਆਖਿਆ, ਲਿਆ ਉਰੇ ਮੈਨੂੰ ਫੜਾ, ਮੈਂ ਖਵਾਉਣਾ। ਮਹਿੰਦਰੋਂ ਨੇ ਪਹਿਲਾਂ ਗੋਰੇ ਨੂੰ ਉਸ ਵੱਲ ਧੱਕਿਆ, ਫੇਰ ਦਾਲ ਰੋਟੀ ਫੜਾਉਂਦਿਆਂ ਮੱਤ ਦਿੱਤੀ, ਘੂਰੀ ਨਾ, ਹੋਰ ਲੱਗ ਜਾਏਗਾ ਲਫੇੜੇ ਮਾਰਨ। ਗੋਰਾ ਧੌਣ ਸੁੱਟੀ ਰੁੱਸਿਆ ਜਿਹਾ ਮੂੰਹ ਬਣਾਈ ਖੜੋਤਾ ਸੀ। ਗਿੰਦਰ ਨੇ ਉਹਨੂੰ ਆਪਣੀ ਬੁੱਕਲ 'ਚ ਬਿਠਾ ਲਿਆ। ਲੈ ਖਾ, ਮੈਂ ਖਾਨਾ ਤੇਰੇ ਨਾਲ। ਬਿੰਦ ਕੋ ਗੋਰਾ ਮੂੰਹ ਬਣਾਈ ਬੈਠਾ ਰਿਹਾ। ਜਦੋਂ ਫੇਰ ਉਸ ਦੇ ਬਾਪੂ ਨੇ ਬਹੁਤਾ ਹੀ ਕਿਹਾ ਤਾਂ ਉਸ ਡਰਦੇ ਡਰਦੇ ਨੇ 5-7 ਬੁਰਕੀਆਂ ਭੰਨ ਹੀ ਲਈਆਂ। ਮਗਰੋਂ ਗਿੰਦਰ ਨੇ ਵੀ ਰੋਟੀ ਖਾ ਲਈ। ਮਹਿੰਦਰੋਂ ਤੋਂ ਅਜੇ ਚੌਂਕੇ ਦਾ ਧੰਦਾ ਨਹੀਂ ਮੁੱਕਿਆ ਸੀ। ਕੱਦੂ ਹਾਲੀ ਵੀ ਰੋਂਦੀ ਕੁੜੀ ਨੂੰ ਡਰਦਾ ਸਾਂਭੀ ਬੈਠਾ ਸੀ। ਗਰਮੀ ਦੇ ਦਿਨ ਹੋਣ ਕਾਰਨ ਹੇਠਾਂ ਵਿਹੜਾ ਭੀੜਾ ਅਤੇ ਪਸ਼ੂਆਂ ਦੇ ਹੁੰਮ ਨਾਲ ਦਮ ਘੁੱਟਦਾ ਸੀ। ਤਿੰਨੇ ਨਿਆਣਿਆਂ ਨੂੰ ਗਿੰਦਰ ਕੋਠੇ ਉੱਪਰ ਲੈ ਗਿਆ। ਕੁੜੀ ਅਜੇ ਡੁਸਕੀ ਜਾਂਦੀ ਸੀ। ਮੰਜੇ ਕੋਠਿਆਂ ਉੱਤੇ ਹਾੜੋ ਹਾੜ ਪਏ ਰਹਿੰਦੇ, ਧੁੱਪ ਨਾਲ ਗਿੱਦੜੀ ਰੰਗੇ ਹੋਏ ਬਿਸਤਰੇ ਵਿਛਾਉਂਦਿਆਂ ਇਹ ਕਹਿ ਕੇ ਵਰਾਉਣ ਲੱਗ ਪਿਆ, ਓਹੋ ਮਰ ਜਾਣੀ ਸਾਰੀ ਦਿਹਾੜੀ ਰੋਈ ਜਾਊ। ਬਸ ਬਸ, ਕਿਹਨੇ ਮਾਰਿਆ? ਕੱਦੂ ਨੇ ਕਿ ਗੋਰੇ ਨੇ? ਕੋਈ ਨਾ, ਆਪਾਂ ਉਹਨਾਂ ਦੇ ਪੁੜੇ ਸੇਕਦੇ ਆਂ, ਲਾਉਨੇ ਆ ਕੰਨਾਂ ਦੇ ਕੋਲੇ 2-2। ਹੈਂ? ਸਹੁਰੇ ਨਿਆਣੀ ਕੁੜੀ ਨੂੰ ਘੂਰਦੇ ਐ। ਬਾਪੂ ਮੈਂ ਤੇਰੇ ਨਾਲ ਪਊਂਗਾ। ਪਹਿਲਾਂ ਉਹ ਗੋਰੇ ਨਾਲ ਪੈਂਦਾ ਹੁੰਦਾ ਸੀ। ਗੋਰੇ ਨਾਲ ਹੀ ਪੈ ਜਾ। ਇਹ ਤਾਂ ਮੈਨੂੰ ਪਾਉਂਦਾ ਨਹੀਂ। ਪਾਉਂਦਾ ਕਿਉਂ ਨਹੀਂ? ਪਾਲਾ ਓਏ। ਪਰ ਗੋਰਾ ਨਹੀਂ ਬੋਲਿਆ। ਫੇਰ ਗਿੰਦਰ ਨੇ ਕੱਦੂ ਨੂੰ ਆਖਿਆ, ਚੱਲ ਪੈ ਉਹਦੇ ਨਾਲ। ਬਿੰਦ ਕੋ ਕੱਦੂ ਰੀ ਕਰਦਾ ਰਿਹਾ। ਫੇਰ ਜਦੋਂ ਗਿੰਦਰ ਨੇ ਉਹਨੂੰ ਝਿੜਕੀ ਦਿੰਦਿਆਂ ਕਿਹਾ, ਪੈ ਜਾ ਸਾਲਾ, ਸਾਰੀ ਦਿਹਾੜੀ ਹੋਈ, ਤੇ ਇੱਕ ਦਬਕੇ ਨਾਲ ਹੀ ਕੱਦੂ ਗੋਰੇ ਦੇ ਮੰਜੇ ਉੱਤੇ ਟੇਢਾ ਹੋ ਗਿਆ। ਗੋਰਾ ਦੂਜੀ ਬਾਹੀ ਉੱਤੇ ਮੁੱਧਾ ਹੋਇਆ ਪਿਆ ਸੀ। ਬਿੰਦ ਝੱਟ ਕੱਦੂ ਐਲ ਪਿਆ। ਨਾਸਾਂ 'ਚ ਉਂਗਲੀਆਂ ਫਸਾ ਨਿਖਰੇ ਅਸਮਾਨਾਂ ਵੱਲ ਝਾਕੀ ਜਾਂਦਾ ਸੀ। ਫੇਰ ਉਸ ਸੁਭਾਵਕ ਹੀ ਗੋਰੇ ਉੱਤੇ ਇੱਕ ਲੱਤ ਧਰ ਲਈ। ਗੋਰੇ ਨੇ ਮੱਚਦਿਆਂ ਵਾਂਗ ਪੂਰੇ ਜ਼ੋਰ ਨਾਲ ਉਸ ਦੀ ਲੱਤ ਲਾਹ ਮਾਰੀ। ਕੱਦੂ ਦੀ ਲੱਤ ਮਰੋੜੀ ਗਈ ਤੇ ਉਹਦਾ ਸਿਰ ਪਾਵੇ ਨਾਲ ਜਾ ਵੱਜਿਆ। ਉਹ ਰੋਣ ਲੱਗ ਪਿਆ। ਕੀ ਹੁੰਦਾ ਓਏ ਤੈਨੂੰ? ਕੁੜੀ ਨੂੰ ਢਿੱਡ ਉੱਤੇ ਪਾ ਕੇ ਥਾਪੜ ਦੇ ਗਿੰਦਰ ਨੇ ਛੇਤੀ ਦੇ ਕੇ ਉਹਨਾਂ ਵੱਲ ਧੌਣ ਉਗਾਸ ਕੇ ਪੁੱਛਿਆ। ਗੋਰੇ ਨੇ ਮੇਰਾ ਸਿਰ ਪਾਵੇ ਨਾਲ ਮਾਰਿਆ। ਨਾਲ ਹੀ ਕੱਦੂ ਦਾ ਸੁਰਕੜਾ ਵੱਜਿਆ। ਹਟਦਾ ਨਹੀਂ ਓਏ ਤੂੰ ਗੋਰਿਆ? ਹਜੇ ਕੋਈ ਕਸਰ ਹੈ ਕਿ ਆਵਾਂ ਫੇਰ ਕਰਾਂ ਤੈਨੂੰ ਲੋਟ? ਮੈਂ ਇਹਨਾਂ ਨੂੰ ਕੀ ਆਖਿਆ? ਗੋਰਾ ਰੋਹਬ ਨਾਲ ਨਾਸਾਂ ਫੁਲਾ ਕੇ ਬੋਲਿਆ। ਹੋਰ ਆਖੇ ਤੋਂ ਬਿਨਾਂ ਹੀ ਇਹ ਰੋਈ ਜਾਂਦਾ ਹੈ। ਸਾਲਾ ਐਡਾ ਢੀਠ ਸ਼ੋਰ ਹੈ ਬਈ ਜਮਾ ਕਿਹੜਾ ਵੜਦੀ ਹੈ ਇਹਦੇ। ਬਿੰਦ ਕੋ ਹੋਰ ਬੋਲਦਾ ਰਿਹਾ। ਫੇਰ ਉਸ ਕੱਦੂ ਨੂੰ ਵੀ ਝਿੜਕਿਆ, ਤੂੰ ਵੀ ਪੈ ਓਏ ਆਰਾਮ ਨਾਲ, ਸਾਲਾ ਹੱਥ ਲਾਈ ਪਿੰਡ ਸਿਰ ਤੇ ਚੁੱਕ ਲੈਂਦਾ। ਕੀ ਹੋਇਆ ਤੈਨੂੰ? ਐਤਕੀ ਉਹ ਮਾੜਾ ਜਿਹਾ ਮੰਜੇ ਤੋਂ ਵੀ ਉੱਠਿਆ। ਫਿਰ ਸੌਂ ਰਹੀ ਕੁੜੀ ਨੂੰ ਵਿਛਾਈ ਦਰੀ ਦੇ ਵੱਟ ਕੱਢ ਕੇ ਉੱਤੇ ਪਾਇਆ। ਕੱਦੂ ਰੋਣੀ ਆਵਾਜ਼ ਵਿੱਚ ਬੋਲਿਆ, ਮੈਂ ਇਹਦੇ ਉੱਤੇ ਲੱਤ ਧਰ ਲਈ,
ਇਹਨੇ ਮੇਰੀ ਲੱਤ ਮੋੜਤੀ, ਲਾਲੇ ਮੇਰਾ ਸਿਰ ਪਾਵੇ ਚ ਮਾਲਿਆ। 2-4 ਹੋਰ ਝਿੜਕੀਆਂ ਦੇ ਕੇ ਗਿੰਦਰ ਟੇਢਾ ਹੋ ਗਿਆ। ਬਿੰਦ ਝੱਟ ਕੱਦੂ ਵੀ ਵਿਲਕ ਕੇ ਉਰਲੀ ਬਾਹੀ ਦੇ ਨਾਲ ਲੱਗ ਕੇ ਸੁਰਕੜੇ ਮਾਰਦਾ ਪੈ ਗਿਆ। ਫੇਰ ਉਹਨੂੰ ਛੇਤੀ ਹੀ ਨੀਂਦ ਨੇ ਦੱਬ ਲਿਆ, ਪਰ ਗੋਰਾ ਅਜੇ ਜਾਗਦਾ ਸੀ। ਮਹਿੰਦਰੋਂ ਆ ਕੇ ਮੰਜੇ ਉੱਤੇ ਪੈ ਗਈ ਸੀ। ਚੁਪਾਸੇ ਕੋਠਿਆਂ ਉੱਤੇ ਚੁੱਪ ਚਾਂ ਸੀ। ਕਿਤੋਂ ਕਿਤੋਂ ਰੋਣ ਦੀ ਆਵਾਜ਼ ਆਉਂਦੀ, ਪਰ ਮਲਾਗਰ ਕੇ ਕੋਠੇ ਉਤਲੀ ਬੱਤੀ ਉਹਨਾਂ ਦੀਆਂ ਅੱਖਾਂ ਵਿੱਚ ਵੱਜ ਰਹੀ ਸੀ। ਕਈ ਵਾਰ ਗਿੰਦਰ ਨੇ ਏਡੀ ਰਾਤ ਤੱਕ ਬੱਤੀ ਜਗਾਉਣ ਤੇ ਗਿਲਾ ਵੀ ਕੀਤਾ। ਪਤਾ ਨਹੀਂ ਇਹਨਾਂ ਨੂੰ ਕੀ ਚਾਅ ਆਇਆ ਅੱਧੀ ਰਾਤ ਤੱਕ ਲਾਟੂ ਜਗਾਉਣ ਦਾ। ਮਹਿੰਦਰੋਂ ਕਹਿੰਦੀ, ਵੱਡੀਆਂ ਘਰਾਂ ਦੀਆਂ ਵੱਡੀਆਂ ਹੀ ਮਿਰਚਾਂ, ਇਹ ਕਿਸੇ ਨਾਲੋਂ ਘੱਟ ਹੈ। ਹੋਰ ਨਹੀਂ ਤਾਂ ਜੱਟਾਂ ਦੀ ਹੈਂਕੜੀ ਨਹੀਂ ਮਾਣ। ਜ਼ਮੀਨ ਜਾਇਦਾਦ ਦੇ ਜਿਹੜੇ 2 ਓਰੇ ਆਉਂਦੇ ਐ, ਭਰਾਵੀਂ ਵੰਡ ਆਪਣੇ ਅਰਗੀ ਹੋਈ ਐ। ਖਬਰ ਹੈ ਕਿਸੇ ਕਿਸੇ ਦੇ ਤਾਂ ਭੁੰਨੇ ਹੋਏ ਹਰੇ ਹੋ ਜਾਂਦੇ ਐ। ਮਹਿੰਦਰੋਂ ਬੋਲ ਕੱਢਦੀ ਤੇ ਮਲਾਗਰ ਦੇ ਕੋਠੇ ਬੰਦੇ ਜਿੱਡੇ ਉੱਚੇ ਬਲਬ ਵੱਲ ਐਵੇਂ ਖਾਲੀ ਖਾਲੀ ਝਾਕਦੀ। ਫੇਰ ਗੋਰੇ ਨੂੰ ਆਵਾਜ਼ ਮਾਰੀ ਕਿ ਉਹ ਪਾਣੀ ਵਰਗਾ ਪਤਲਾ ਦੁੱਧ ਪੀ ਲਵੇ, ਪਰ ਉਸ ਅੱਗੋਂ ਮੈਂ ਨਹੀਂ ਪੀਣਾ ਕਹਿ ਕੇ ਚੁੱਪ ਵੱਟ ਲਈ। ਬੀਬੀ ਉਹਨੂੰ ਫੇਰ ਝਿੜਕਣ ਲੱਗ ਪਈ। ਪੀਣਾ ਕਿ ਆਵਾਂ ਇੱਥੇ? ਗਿੰਦਰ ਨੇ ਲਲਕਾਰਾ ਮਾਰਿਆ। ਤੂੰ ਪਿਆਰ ਹੈ ਲੱਗਿਆ ਅੱਧੀ ਰਾਤ ਬੋਲਣ, ਪੀ ਲੂਗਾ ਆਪੇ। ਗੋਰਾ ਨਾਲੇ ਕੰਬੀ ਜਾਵੇ ਨਾਲੇ ਰੋਈ ਜਾਵੇ। ਮਹਿੰਦਰੋਂ ਦੀਆਂ 7 ਮਾਰੀਆਂ ਗਈਆਂ। ਨੇ ਜਾਣੀਏ ਮੁੰਡੇ ਨੂੰ ਕੋਈ ਕਸਰ ਹੋ ਜੇ ਫੇਰ ਕਿਹਦੀ ਮਾਂ ਨੂੰ ਮਾਸੀ ਆਖਾਂਗੇ। ਪਰਲੇ ਮੰਜੇ ਉੱਤੇ ਪਏ ਗਿੰਦਰ ਨੂੰ ਉਹਦਾ ਤੱਤੀਆਂ ਠੰਡੀਆਂ ਦੇਣ ਨੂੰ ਜੀ ਕੀਤਾ, ਪਰ ਫੇਰ ਸਿਆਣਪ ਸੋਚ ਕੇ ਦੜ ਵੱਟ ਗਈ। ਜਦੋਂ ਘਰਿਣਾ ਵਿੱਚ ਪਈ ਤਾਂ ਉਹਨੂੰ ਗੋਰੇ ਵਿੱਚ ਮੜੱਪਣ ਦਿਸਿਆ। ਲੋਕਾਂ ਦੇ ਇਹਦੇ ਨਾਲੋਂ ਅੱਧੇ ਅੱਧੇ ਐ, ਰਤੀ ਰਤੀ ਪਰ ਚੀਚਲੇ, ਅੱਖ ਦੀ ਸ਼ਰਮ ਮੰਨਦੇ ਐ। ਇਹਦੇ ਖਬਰਾਂ ਦੁਸ਼ਟੇਵੇ ਨੂੰ ਕੀ ਸੱਪ ਲੜਿਆ, ਹਜੇ ਤਾਂ ਹੈ ਗਿੱਠ ਕੋਦਾ, ਜਦੋਂ ਉਸਰੂ ਖਮਣੀ ਕੀ ਆਫਤ ਲਿਆਊ। ਗਿਣਤੀਆਂ ਮਿਣਤੀਆਂ ਵਿੱਚ ਹੀ ਪਈ ਨੇ। ਅੱਧ ਸੁੱਤੇ ਕੱਦੂ ਨੂੰ 2-4 ਘੁੱਟਾਂ ਪਿਆਈਆਂ। ਫੇਰ ਬਾਕੀ ਬਚਦਾ ਗਿੰਦਰ ਦੇ ਸਿਰਹਾਣੇ ਰੱਖ ਕੇ ਆਪਣੇ ਮੰਜੇ ਉੱਤੇ ਆ ਪਈ। ਵਿਦਿਆਰਥੀਓ, ਇਸ ਤਰ੍ਹਾਂ ਇਸ ਨਾਵਲ ਦੇ ਦੂਜੇ ਕਾਂਡ ਵਿੱਚ ਮਹਿੰਦਰੋਂ ਅਤੇ ਗਿੰਦਰ ਦੇ ਪਰਿਵਾਰ ਦੇ ਸਾਰੇ ਜੀਆਂ ਦੀ ਮਾਨਸਿਕ ਅਵਸਥਾ ਨੂੰ ਪੇਸ਼ ਕੀਤਾ ਗਿਆ ਹੈ। ਘਰ ਵਿੱਚ ਗੁਰਬਤ ਹੈ। ਗੁਰਬਤ ਦੇ ਚੱਲਦੇ ਹੋਏ ਸਾਰੇ ਕਿਸੇ ਨਾ ਕਿਸੇ ਗੱਲ ਤੋਂ ਪਰੇਸ਼ਾਨ ਹਨ। ਗਿੰਦਰ ਅਤੇ ਮਹਿੰਦਰੋਂ ਆਪਣੀ ਗਰੀਬੀ ਤੋਂ ਪਰੇਸ਼ਾਨ ਹਨ। ਬੱਚੇ ਆਪਣੇ ਬਚਪਨ ਦੇ ਖੋਏ ਜਾਣ ਤੋਂ ਪਰੇਸ਼ਾਨ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਪਿਓ ਵੱਲੋਂ ਕੀਤੀ ਹੋਈ ਕੁੱਟਮਾਰ ਅਤੇ ਪਿਓ ਵੱਲੋਂ ਉਹਨਾਂ ਉੱਤੇ ਮਾਰੇ ਹੋਏ ਰੋਹਬ ਤੋਂ ਪਰੇਸ਼ਾਨ ਹਨ। ਵਿਦਿਆਰਥੀਓ, ਇਸ ਕਾਂਡ ਵਿੱਚ ਵਿਸ਼ੇਸ਼ ਹਾਲਾਤਾਂ ਵਿੱਚ ਮਨੁੱਖ ਦੀ ਪੈਦਾ ਹੋਈ ਮਨੋ ਅਵਸਥਾ ਨੂੰ ਪੇਸ਼ ਕੀਤਾ ਗਿਆ ਹੈ।